ਤੁਹਾਡੇ ਲੋਹੇ ਦੇ ਪੁਤਲਿਆਂ ਦੇ ਵਿੱਚ ਕਿਹੜੇ-ਕਿਹੜੇ ਪੁਤਲੇ ਤੁਹਾਡੇ ਕੋਲ ਅੱਜ ਮੈਂ ਤੁਹਾਡੀ ਜਦੋਂ ਇਸ ਫੈਕਟਰੀ ਦੇ ਵਿੱਚ ਪਹੁੰਚਿਆ ਖਾਸ ਤੌਰ ਤੇ ਪੋਲੀਵੁੱਡਸ ਮਾਈ ਨਿਕਨੇਮ ਇਜ਼ ਪੋਲੀ ਸਿੰਘ ਤੇ ਉਹ ਪੋਲੀ ਸਿੰਘ ਨੂੰ ਅੱਗੇ ਸਿੰਸ ਦੇ ਆਰ ਰੋਬੋਟਿਕ ਫਿਗਰਸ ਮੇਡ ਬਾਈ ਮੀ ਤਾਂ ਮੇਰੇ ਫਰੈਂਡਸ ਨੇ ਸ਼ੁਰੂ ਕਰਤਾ ਪੋਲੀਬੋਟਸ ਕਹਿਣਾ ਤੇ ਫਿਰ ਮੈਨੂੰ ਵੀ ਠੀਕ ਲੱਗਿਆ ਮੈਂ ਕਿਹਾ ਚਲੋ ਪੰਜਾਬੀ ਮੁਰਗੇ ਦੇ ਬੜੇ ਸ਼ੌਕੀਨ ਹੁੰਦੇ ਨੇ ਤੁਸੀਂ ਮੁਰਗਾ ਵੀ ਬਣਾ ਹਾਂਜੀ ਉਹ ਕਹਿੰਦੇ ਨੇ ਜੀ ਨੈਸ਼ਨਲ ਬਰਡ ਆਫ ਪੰਜਾਬ ਬਟਰ ਚਿਕਨ ਹੈ ਤੇ ਦਿਸ ਇਜ਼ ਵਾਟ ਅ ਚਿਕਨ ਲੁਕਸ ਲਾਈਕ ਘਰ ਦੇ ਕਹਿੰਦੇ ਕਿਤਾਬਾਂ ਨਾਲ ਪੜ੍ਹੋ ਕਿਤਾਬਾਂ ਨਾਲ ਖੇਡੋ ਤੁਸੀਂ ਲੋਹੇ ਨਾਲ ਖੇਡ ਰਹੇ ਸੀ ਘਰਦਿਆਂ ਨੇ ਨਹੀਂ ਕਿਹਾ ਕਿ ਆ ਕਿੱਥੇ ਤੁਸੀਂ ਪੰਗਾ ਲਈ ਜਾਂਦੇ ਹੋ ਲੋਹੇ ਦੇ ਨਾਲ ਖੇਡੀ ਜਾਂਦੇ ਹੋ ਪੜ੍ਹ ਲਓ ਆਉਂਦਾ ਤੁਹਾਡੇ ਕੋਲ ਕੋਈ ਜਿੱਦਾਂ ਲੋਕ ਕਹਿੰਦੇ ਨੇ ਕਿ ਜਦੋਂ ਯੂਨਿਕ ਚੀਜ਼ਾਂ ਮਿਲਦੀਆਂ ਨੇ ਲੋਕ ਖਰੀਦਦਾਰੀ ਕਰਨ ਦੇ ਲਈ ਆਉਂਦੇ ਨੇ ਤੁਹਾਡੇ ਕੋਲ ਆਉਂਦਾ ਖਰੀਦਦਾਰੀ ਦੇਖੋ ਜੀ ਆਲ ਮਾਈ ਜਿੰਨੇ ਵੀ ਮੇਰੇ ਸਕਲਪਚਰਸ ਹੈ ਮੈਂ ਆਈ ਡੋਂਟ ਸੈਲ them ਇਹ ਮੇਰੇ ਲਈ ਹੈ ਜੀ ਥੀਸ ਆਰ ਮਾਈ ਟॉयਜ਼ ਤਾਂ ਬਹੁਤ ਸਵਾਗਤ ਹੈ ਲਿਵਿੰਗ ਇੰਡੀਆ ਤੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਪਰ ਸਰ ਇਹ ਨਵੀਂ ਚੀਜ਼ ਖਾਸ ਤੌਰ ਤੇ ਵੇਸਟ ਤੋਂ ਬੈਸਟ ਜਿਸ ਤਰੀਕੇ ਨਾਲ ਮੈਂ ਜ਼ਿਕਰ ਕੀਤਾ ਇਹ ਕਿਵੇਂ ਬਣਿਆ ਜੀ ਟੈਂਕੀਆਂ ਦਾ ਯੂਜ਼ ਨਟ ਬੋਲਟਾਂ ਦਾ ਯੂਜ਼ ਔਰ ਰੋਬੋਟਸ 'ਚ ਕੋਈ ਖਾਸ ਤੌਰ ਤੇ ਬੱਚੇ ਵੇਖਣਾ ਪਸੰਦ ਕਰਦੇ ਸਰ ਇਹ ਇੱਦਾਂ ਹੈ ਨਾ ਜਿਹੜਾ ਹੁਣ ਆਪਣਾ ਮਟੀਰੀਅਲ ਹੈ ਉਹ ਇੱਕ ਕਿਸਮ ਨਾਲ ਤਾਂ ਇੱਕ ਤਾਂ ਉਹਦਾ ਇੰਜੀਨੀਅਰਿੰਗ ਯੂਜ਼ ਹੈ ਇੰਜੀਨੀਅਰਿੰਗ ਯੂਜ਼ ਤੋਂ ਬਾਅਦ ਜਦੋਂ ਇੰਜੀਨੀਅਰਿੰਗ ਯੂਜ਼ ਉਹਦਾ ਖਤਮ ਹੋ ਜਾਂਦਾ ਫਿਰ ਆਈਦਰ ਜਾਂ ਤਾਂ ਉਹਨੂੰ ਤੁਸੀਂ ਸਕ੍ਰੈਪ ਕਰ ਦਿਓ ਜਾਂ ਫਿਰ ਥੋੜੀ ਇਮੈਜੀਨੇਸ਼ਨ ਲਾ ਕੇ ਉਹਨੂੰ ਥੋੜਾ ਜਿਹਾ ਉਹਦਾ ਸਿਸਟਮ ਚੇਂਜ ਕਰਕੇ ਜਾਂ ਉਹਨੂੰ ਐਜ਼ ਇਟ ਇਜ਼ ਵੀ ਯੂਜ਼ ਕਰਕੇ ਤੁਸੀਂ ਕੁਝ ਹੋਰ ਵੀ ਬੜਾ ਸੋਹਣਾ ਬਣਾ ਸਕਦੇ ਹੋ ਤੇ ਉਹਦੇ ਲਈ ਬੇਸਿਕ ਕੰਪੋਨੈਂਟ ਇਮੈਜੀਨੇਸ਼ਨ ਹੈ ਸਕਿੱਲ ਥੋੜਾ ਜਿਹਾ ਜ਼ਰੂਰ ਚਾਹੀਦਾ ਪਰ ਇਮੈਜੀਨੇਸ਼ਨ ਇਜ਼ ਦੀ ਮੇਨ ਕੰਪੋਨੈਂਟ ਤੁਹਾਡੇ ਲੋਹੇ ਦੇ ਪੁਤਲਿਆਂ ਦੇ ਵਿੱਚ ਕਿਹੜੇ-ਕਿਹੜੇ ਪੁਤਲੇ ਤੁਹਾਡੇ ਕੋਲ ਅੱਜ ਮੈਂ ਤੁਹਾਡੀ ਜਦੋਂ ਇਸ ਫੈਕਟਰੀ ਦੇ ਵਿੱਚ ਪਹੁੰਚਿਆ ਖਾਸ ਤੌਰ ਤੇ ਪੋਲੀਵੁੱਡਸ ਇਹ ਕੀ ਨਾਮ ਮਤਲਬ ਯੂਨਿਕ ਜਿਹਾ ਨਾਮ ਜਿਹੜਾ ਆਇਆ ਸਰ ਪੋਲੀਬੋਟਸ ਇਸ ਲਈ ਹੈ ਕਿ ਮਾਈ ਨਿਕਨੇਮ ਇਜ਼ ਪੋਲੀ ਸਿੰਘ ਤੇ ਉਹ ਪੋਲੀ ਸਿੰਘ ਨੂੰ ਅੱਗੇ ਸਿੰਸ ਦੇ ਆਰ ਰੋਬੋਟਿਕ ਫਿਗਰਸ ਮੇਡ ਬਾਈ ਮੀ ਤਾਂ ਮੇਰੇ ਫਰੈਂਡਸ ਨੇ ਸ਼ੁਰੂ ਕਰਤਾ ਪੋਲੀਬੋਟਸ ਕਹਿਣਾ ਤੇ ਫਿਰ ਮੈਨੂੰ ਵੀ ਠੀਕ ਲੱਗਿਆ ਮੈਂ ਕਿਹਾ ਚਲੋ ਵਾਈ ਨਾਟ ਸਟਿਕ ਟੂ ਇਟ ਤਾਂ ਉਹ ਫਿਰ ਪੋਲੀਬੋਟਸ ਦੇ ਨਾਮ ਤੋਂ ਹੀ ਇਹਨਾਂ ਨੂੰ ਮੈਂ ਪਹਿਚਾਣ ਦਿੰਦਾ ਮੈਂ ਥੋੜਾ ਜਿਹਾ ਚਾਹੂੰਗਾ ਕਿ ਜਦੋਂ ਮੈਂ ਇਸ ਜਗ੍ਹਾ ਤੇ ਖੜਾ ਨਾ ਤਾਂ ਕਾਫੀ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਭਾਵੇਂ ਇਹ ਛੋਟਾ ਜਿਹਾ ਹਾਥੀ ਕਿਉਂ ਨਾ ਹੋਵੇ ਇਹ ਛੋਟਾ ਜਿਹਾ ਰੋਬੋਟ ਕਿਉਂ ਨਾ ਹੋਵੇ ਆਹ ਸਿਰ ਮੈਨੂੰ ਲੱਗਦਾ ਕਿ ਜਦੋਂ ਰਾਜੇ ਮਹਾਰਾਜਾ ਦੇ ਘਰ ਜਾਂਦੇ ਸੀਗੇ ਤੇ ਇਸ ਤਰੀਕੇ ਦੇ ਨਾਲ ਜਾਨਵਰਾਂ ਦੇ ਸਿਰ ਦੀਵਾਰਾਂ ਤੇ ਲੱਗੇ ਹੁੰਦੇ ਸੀਗੇ ਲੇਕਿਨ ਅੱਜ ਇਹ ਬੋਲਡਾਂ ਤੇ ਨਾਲ ਬਣਿਆ ਹੋਇਆ ਇਹ ਕੀ ਕੁਝ ਬਣਾਇਆ ਹੋਇਆ ਕਿਹੜੇ ਮਟੀਰੀਅਲ ਤੁਸੀਂ ਯੂਜ਼ ਕੀਤੇ ਹੋਏ ਆ ਇਸ ਯੂਨਿਕ ਜਿਹੇ ਚਿਹਰੇ ਤੇ ਸਰ ਦਿਸ ਇਜ਼ ਅ ਬਫਲੋ ਹੈਡ ਤੇ ਇਹ ਸਾਰਾ ਹੀ ਰॉ ਮਟੀਰੀਅਲ ਹੈ ਜੀ ਜਿੱਦਾਂ ਇਹ ਪਾਈਪ ਦਾ ਪੀਸ ਬਚਿਆ ਹੋਇਆ ਸੀਗਾ ਉਹਨੂੰ ਕੱਟ ਕੇ ਅਸੀਂ ਇਹਦੇ ਹੌਰਨ ਬਣਾਤੇ ਹੈ ਇਹ ਆਈਜ਼ ਵੀ ਬਣੀਆਂ ਹੈ ਜੀ ਇਹ ਉੱਪਰ ਇਹ ਇੱਕ ਸਕ੍ਰੈਪ ਮਟੀਰੀਅਲ MS ਰੋਡ ਦਾ ਬਚਿਆ ਹੋਇਆ ਪੀਸ ਸੀਗਾ ਇਹ ਇੱਕ ਹੁੱਕ ਹੈ ਜੀ ਇਹਦੇ ਸਪ੍ਰਿੰਗਸ ਹੈ ਤਾਂ ਬੇਸਿਕਲੀ ਆਪਾਂ ਜਦ ਮੈਂ ਬਣਾਉਣਾ ਹੈ ਜੀ ਕੁਝ ਵੀ ਚੀਜ਼ ਨੂੰ ਮੈਂ ਬਣਾਉਣਾ ਹੈ ਤਾਂ ਮੈਂ ਪਾਰਟਸ ਦੇ ਤੌਰ ਤੇ ਯੂਜ਼ ਨਹੀਂ ਕਰਦਾ ਨਾ ਮੈਂ ਉਹਨਾਂ ਨੂੰ ਪਾਰਟਸ ਦੇ ਤੌਰ ਤੇ ਆਇਡੈਂਟੀਫਾਈ ਕਰਦਾ ਮੈਂ ਉਹਨਾਂ ਨੂੰ ਉੱਦਾਂ ਆਇਡੈਂਟੀਫਾਈ ਕਰਦਾ ਹਾਂ ਕਿ ਉਹ ਚੀਜ਼ ਲੱਗਣ ਤੋਂ ਬਾਅਦ ਕਿੱਦਾਂ ਦੀ ਉਹਦੀ ਅਪੀਲ ਆਏਗੀ ਇਹ ਦਿਸ ਇਜ਼ ਅ ਹਾਰਸ ਹੈਡ ਇਹ ਵੀ ਸਾਰਾ ਮੈਟਲ ਤੋਂ ਹੀ ਬਣਿਆ ਹੋਇਆ ਹੈ ਜੀ ਤੁਸੀਂ ਪ੍ਰੋਪਰ ਵਾਲ ਵੀ ਬਣਾਏ ਹੋਏ ਨੇ ਇਹਨਾਂ ਦੇ ਕਿ ਜਿਹੜੀ ਜਾਲੀਆਂ ਦੇ ਨਾਲ ਬਣੇ ਹਾਂਜੀ ਇਹ MS ਚੇਨ ਜਿਹੜੀ ਹੁੰਦੀ ਹੈ ਉਹਦੇ ਨਾਲ ਇਹਦੇ ਹੀ ਮੇਨ ਬਣਾਈ ਹੈ ਜੀ ਅਸੀਂ ਪੰਜਾਬੀ ਮੁਰਗੇ ਦੇ ਬੜੇ ਸ਼ੌਕੀਨ ਹੁੰਦੇ ਨੇ ਤੁਸੀਂ ਮੁਰਗਾ ਵੀ ਬਣਾਇਆ ਹਾਂਜੀ ਉਹ ਕਹਿੰਦੇ ਨੇ ਜੀ ਨੈਸ਼ਨਲ ਬਰਡ ਆਫ ਪੰਜਾਬ ਬਟਰ ਚਿਕਨ ਹੈ ਤੇ ਦਿਸ ਇਜ਼ ਵਾਟ ਅ ਚਿਕਨ ਲੁਕਸ ਲਾਈਕ ਤੇ ਇਹ ਵੀ ਸਾਰਾ ਸਕ੍ਰੈਪ ਮੈਟਲ ਤੋਂ ਹੀ ਬਣਿਆ ਹੋਇਆ ਹੈ ਜੀ ਬਿਲਕੁਲ ਐਵਰੀਥਿੰਗ ਸਕ੍ਰੈਪ ਨਾਲ ਇਹ ਕੀ ਕਲਾ ਜਦੋਂ ਤੁਹਾਡੇ ਮਨ ਦੇ ਵਿੱਚ ਆਈ ਤੇ ਇਹ ਕੀ ਚਿਹਰਾ ਤੁਸੀਂ ਬਣਾਇਆ ਨਹੀਂ ਇਹ ਕਾਓ ਹੈ ਜੀ ਦਿਸ ਇਜ਼ ਅ ਕਾਓ ਤੇ ਇਹਦਾ ਥੋੜਾ ਜਿਹਾ ਉਹਦੇ ਨਾਲੋਂ ਸ਼ਕਲ ਦਾ ਫਰਕ ਹੈ ਜੀ ਇਹਦੀ ਸਾਰੀ ਫਰਕ ਹੈ ਇਹਦੀ ਸ਼ਕਲ ਦਾ ਅੱਛਾ ਜਦੋਂ ਆਪਾਂ ਮੋਟਰਸਾਈਕਲ ਦੇ ਪਲੱਗ ਖਰਾਬ ਹੋ ਜਾਂਦੇ ਨੇ ਲੋਕਾਂ ਦੀ ਮੋਟਰਸਾਈਕਲ ਨਹੀਂ ਸਟਾਰਟ ਹੁੰਦੀ ਪਲੱਗ ਦੇ ਵੀ ਸਿੰਗ ਬਣਾਏ ਹੋਏ ਨੇ ਬੋਟਸ ਦੇ ਹਾਂਜੀ ਇਹ ਨਾ ਹੁਣ ਨਾਓ ਦਾ ਡਿਫਰੈਂਸ ਇਜ਼ ਇਹ ਜਿਹੜੇ ਬੋਟਸ ਬਣਦੇ ਆ ਤੇ ਜਿਹੜੇ ਐਨੀਮਲ ਹੈਡਸ ਬਣਦੇ ਆ ਇਹਨਾਂ ਦੀ ਡਿਫਰੈਂਸ ਇਹ ਹੈ ਜੀ ਕਿ ਇਮੈਜੀਨੇਸ਼ਨ ਜਿਹੜੀ ਬੋਟਸ ਬਣਦੇ ਆ ਉਹਨਾਂ 'ਚ ਇਮੈਜੀਨੇਸ਼ਨ ਇਹਨਾਂ ਨਾਲੋਂ ਥੋੜੀ ਜਿਹੀ ਜ਼ਿਆਦਾ ਯੂਜ਼ ਹੁੰਦੀ ਹੈ ਬਿਕੋਜ਼ ਇਹ ਤਾਂ ਇੱਕ ਮੈਨੂੰ ਇੱਕ ਆਈਡੀਆ ਹੈ ਕਿ ਇਹ ਬਫਲੋ ਲੁਕਸ ਲਾਈਕ ਦਿਸ ਜਾਂ ਕਾਓ ਇਦਾਂ ਲੱਗਦੀ ਹੈ ਹਾਰਸ ਇਦਾਂ ਲੱਗਦਾ ਹੈ ਨਾ ਇਹਨਾਂ ਦੇ ਵਿੱਚ ਕੰਪਲੀਟ ਇਮੈਜੀਨੇਸ਼ਨ ਹੈ ਇਹ ਬਿਲਕੁਲ ਹੀ ਮਤਲਬ ਜਿੱਦਾਂ ਆਪਾਂ ਕਹੀਏ ਕਿ ਵਾਈਟ ਪੇਪਰ ਦੇ ਉੱਤੇ ਡਰਾ ਕਰਨ ਵਾਲੀਆਂ ਚੀਜ਼ਾਂ ਹੈ ਬੋਟਸ
ਤਾਂ ਇਹ ਮੇਰੀ ਪਰਸਨਲ ਲਾਈਕਿੰਗ ਇਹਨਾਂ ਵੱਲ ਜ਼ਿਆਦਾ ਹੈ ਜੀ, ਰੋਬੋਟਿਕ ਫਿਗਰਸ ਵੱਲ। ਅੱਛਾ ਸਰ, ਕਹਿੰਦੇ ਕਿ ਛੋਟੀ ਚੀਜ਼ਾਂ ਬਣਾਉਣਾ ਸਭ ਤੋਂ ਔਖੀਆਂ ਹੁੰਦੀਆਂ ਨੇ, ਵੱਡੀ ਤੇ ਬਣ ਵੀ ਜਾਂਦੀਆਂ ਹੁੰਦੀਆਂ ਨੇ, ਛੋਟੀਆਂ ਚੀਜ਼ਾਂ ਬਹੁਤ ਬਣਾਉਣ 'ਚ ਔਖੀਆਂ। ਜਦੋਂ ਛੋਟੀਆਂ ਚੀਜ਼ਾਂ ਵੇਖਦਾ ਉਸ ਦੇ ਵਿੱਚ ਛੋਟੀ ਕਲਾ ਵੇਖਦਾ, ਆ ਜਿਹੜੀ ਤੁਸੀਂ ਬਣਾਈ ਹੋਈ ਹੈ ਜਿਸ ਤਰੀਕੇ ਨਾਲ ਇਹਦੀਆਂ ਅੱਖਾਂ ਜਦੋਂ ਆਪਾਂ ਪਿਕਚਰਾਂ 'ਚ ਵੇਖਦੇ ਹਾਂ ਤਾਂ ਇਸ ਤਰੀਕੇ ਦੇ ਰੋਬੋਟਸ ਜਿਹੜੇ ਵੇਖਣ ਨੂੰ ਮਿਲਦੇ ਨੇ, ਇਹ ਕੋਈ ਹੈਲਪਰ ਵੀ ਹੈਗਾ ਤੁਹਾਡਾ ਨਾਲ? ਨਹੀਂ, ਜਿਹੜੇ ਦੇਖੋ ਜੀ, ਜਦ ਤੱਕ ਤਾਂ ਸਾਈਜ਼ ਦੇ ਹਿਸਾਬ ਨਾਲ ਮੈਂ ਉਹਨੂੰ ਹੈਂਡਲ ਕਰ ਸਕਦਾ ਉਦੋਂ ਤੱਕ ਤਾਂ ਮੈਂ ਕਰਦਾ। ਜਦ ਮੇਰਾ ਸਾਈਜ਼ ਸਕੇਲ ਵੱਡਾ ਹੋ ਜਾਂਦਾ ਫਿਰ ਡੈਫੀਨੇਟਲੀ ਆਈ ਨੀਡ ਅ ਫਿਊ ਹੈਲਪਰਸ ਟੂ ਹੈਲਪ ਮੀ ਕਿ ਉਹਨੂੰ ਫੜੋ ਜਾਂ ਉਹਨੂੰ ਲਾਓ। ਤਾਂ ਉਹ ਆਈ ਹੈਵ ਦੀ ਇਨਫਰਾਸਟ੍ਰਕਚਰ ਵਿਦ ਮੀ, ਸਾਡੇ ਕੋਲ ਕ੍ਰੇਨਸ ਵਗੈਰਾ ਲੱਗੀਆਂ ਹੋਈਆਂ, ਉਹ ਕ੍ਰੇਨ ਨਾਲ ਫੜ ਲੈਂਦੇ, ਪਰ ਸਟਿਲ ਮੈਂ ਇੱਕ ਅੱਧੇ ਬੰਦੇ ਨੂੰ ਕਿਸੇ ਨੂੰ ਨਾਲ ਰੱਖ ਲੈਂਦਾ ਹੁੰਦਾ। ਪਰ ਛੋਟੇ ਵਾਲਿਆਂ ਨੂੰ ਤਾਂ ਮੈਂ ਆਪ ਹੀ ਕਰਦਾ ਜੀ ਸਾਰਾ ਕੁਝ। ਤੁਸੀਂ ਪਿਕਚਰਾਂ ਬਹੁਤ ਵੇਖੀਆਂ ਨੇ, ਕਿਉਂਕਿ ਪਿਕਚਰਾਂ ਦੇ ਵਿੱਚ ਜਦੋਂ ਰੋਬੋਟਸ ਬਣਦਾ ਹੁੰਦਾ ਉਹ ਸਾਰਾ ਕੁਝ ਖਿੱਚਦਾ ਹੁੰਦਾ ਆਪਣੇ ਵੱਲ। ਤੁਸੀਂ ਇਹ ਵੇਟ ਮਸ਼ੀਨ ਵੀ ਜਿਹੜੀ ਉਹ ਖਿੱਚੀ ਹੋਈ ਹੈ ਰੋਬੋਟ ਦੇ। ਮੈਂ ਇੱਕ ਕਨਸੈਪਟ ਇਹ ਹੈ ਜੀ ਕਿ ਕੋਈ ਵੀ ਚੀਜ਼ ਵੇਸਟ ਨਹੀਂ ਹੈ। ਹੁਣ ਵੇਇੰਗ ਮਸ਼ੀਨ ਆਪਣੀ ਜਦ ਵੀ ਵੇਟ ਗਲਤ ਦੱਸਣ ਲੱਗ ਜਾਂਦੀ ਹੈ ਅਸੀਂ ਉਹਨੂੰ ਸਿੱਟ ਦਿੰਦੇ ਹਾਂ, ਤਾਂ ਦੈਟ ਇਜ਼ ਵਾਈ ਹਰ ਚੀਜ਼, ਕੋਈ ਵੀ ਚੀਜ਼ ਵੇਸਟ ਨਹੀਂ ਹੈ। ਇਹ ਪੁਰਾਣੇ ਫੋਲਡਿੰਗ ਬੈੱਡ ਹੁੰਦੇ ਸੀਗੇ, ਉਹਨਾਂ ਦੇ ਪਾਰਟਸ ਹੈ, ਸਲੈਂਸਰ ਹੈ ਤੇ ਇਹ ਵੇਇੰਗ ਮਸ਼ੀਨ ਹੈ। ਦੀਜ਼ ਆਰ ਚੇਂਜ ਇਸ ਮਤਲਬ ਜੇ ਆਪਾਂ ਪਾਰਟਸ ਦੇਖਣ ਲੱਗ ਜਾਈਏ ਤਾਂ ਬਹੁਤ ਸਾਰੇ ਪਾਰਟਸ ਜਦ ਮੈਂ ਤੁਹਾਨੂੰ ਦੱਸੂਗਾ ਫਿਰ ਦੈਨ ਯੂ ਵਿਲ ਸਟਾਰਟ ਆਇਡੈਂਟੀਫਾਈਂਗ ਕਿ ਹਾਂ ਵੀ ਇਹ ਵਾਲੇ ਪਾਰਟਸ ਉਹੀ ਪਾਰਟਸ ਹੈ। ਪਰ ਆਪਾਂ ਟੋਟੈਲਿਟੀ 'ਚ ਇਹਨੂੰ ਦੇਖੀਏ ਕਿ ਇੱਕ ਇਹਦੀ ਇੰਡੀਵਿਜੂਅਲ ਆਇਡੈਂਟੀਟੀ ਹੈ। ਆਲ ਦ ਬੋਟਸ ਜਿੰਨੇ ਵੀ ਇੱਥੇ ਖੜੇ ਹੈ ਇਹ ਸਾਰੇ ਇੱਕ ਦੂਜੇ ਤੋਂ ਡਿਫਰੈਂਟ ਹੈ ਜੀ। ਅੱਛਾ ਸਰ, ਸੰਪਰਕ ਕਦੋਂ ਹੁੰਦਾ ਹੈ ਖਾਸ ਤੌਰ ਤੇ ਜਦੋਂ ਕਾਰਪੋਰੇਸ਼ਨ ਦੇ ਨਾਲ ਸੰਪਰਕ ਹੋਣਾ, ਕਿਵੇਂ ਇਹ ਸੰਪਰਕ ਤੁਹਾਡਾ? ਸਰ, ਸੰਪਰਕ ਦਾ ਤਾਂ ਇੱਦਾਂ ਹੈ ਕਿ MC ਚੰਡੀਗੜ੍ਹ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਹੈ ਇਹ ਦੇ ਵਾਂਟਡ ਟੂ ਮੇਕ ਅ ਵੇਸਟ ਟੂ ਅੰਡਰ ਪਾਰਕ, ਤੇ ਫਿਰ ਮਿਊਚੁਅਲ ਪਤਾ ਲੱਗਿਆ ਤੇ ਫਿਰ ਇਹਨਾਂ ਨੇ ਮੈਨੂੰ ਦੱਸਿਆ ਕਿ ਆਪਾਂ ਇੱਦਾਂ ਕਰਨਾ ਚਾਹੁੰਦੇ ਹਾਂ। ਤਾਂ ਮੈਂ ਵੀ ਆਪਣੀ ਸਾਰਾ ਇਹਨਾਂ ਨੂੰ ਦੱਸਿਆ ਕਿ ਜੀ ਦਿਸ ਇਜ਼ ਵਾਟ ਆਈ ਡੂ। ਫਿਰ ਇਹਨਾਂ ਦੀ ਟੀਮ ਆਈ, ਉਹਨਾਂ ਨੇ ਵਿਜ਼ਿਟ ਕੀਤਾ, ਸੋ ਦੇ ਕਾਈਂਡ ਆਫ ਉਹਨਾਂ ਨੂੰ ਲੱਗਿਆ ਕਿ ਹਾਂ ਵੀ ਕੈਪੇਬਿਲਿਟੀ ਵੀ ਹੈ, ਸਕਿੱਲ ਵੀ ਹੈ ਤੇ ਥੋੜਾ ਆਰਟ ਵੀ ਹੈ। ਸੋ ਦੈਨ ਦੇ ਸੈਡ ਕਿ ਆਪਾਂ ਇਹਨੂੰ ਵੀ ਸ਼ੁੱਡ ਹੈਵ ਅ ਮਿਊਚੁਅਲ ਅੰਡਰਸਟੈਂਡਿੰਗ ਤੇ ਆਪਾਂ ਇਹਨੂੰ ਕੁਝ ਬਣਾਈਏ। ਤਾਂ ਮੈਂ ਇਹਨਾਂ ਦਾ ਬਹੁਤ ਆਭਾਰੀ ਹਾਂ ਕਿ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਚੰਡੀਗੜ੍ਹ ਵਰਗੇ ਸ਼ਹਿਰ ਲਈ ਕੁਝ ਸਪੈਸ਼ਲ ਬਣਾਉਣ ਦਾ। ਅੱਛਾ ਸਰ, ਮੈਂ ਜਦੋਂ ਤੁਹਾਡੀ ਫੈਕਟਰੀ ਦੇ ਵਿੱਚ ਆਇਆ ਨਾ ਤੇ ਮੈਂ ਦੇਖਿਆ ਕਿ ਇਹ ਫੈਕਟਰੀ ਚਲਾਉਂਦੇ ਨੇ, ਆਪਣਾ ਕੰਮ ਹੋਏਗਾ, ਸ਼ਾਇਦ ਅੰਦਰ ਰੋਬੋਟ ਹੀ ਰੋਬੋਟ ਹੋਣਗੇ, ਲੇਕਿਨ ਤੁਸੀਂ ਇਹ ਆਪਣਾ ਵੱਖਰਾ ਸੈਸ਼ਨ ਰੱਖਿਆ ਹੋਇਆ, ਫੈਕਟਰੀ ਵਾਲਾ ਸਿਸਟਮ ਵੱਖਰਾ, ਇਹ ਵਾਲਾ ਵੱਖਰਾ, ਇਹ ਕਿਵੇਂ? ਸਰ, ਇਹ ਦੇਖੋ ਆਪਾਂ ਨੂੰ ਇੱਕ ਮਾਹੌਲ ਤੋਂ ਚੇਂਜ ਕਰਕੇ ਤਾਂ ਕਰਨਾ ਹੀ ਪੈਣਾ ਜੀ। ਜੇ ਅਸੀਂ ਫੈਕਟਰੀ ਦੇ ਵਿੱਚ ਮੈਂ ਆਪਣਾ ਕੰਮ ਕਰ ਰਿਹਾ, ਇਹ ਵਾਲਾ ਕਰ ਰਿਹਾ, ਤਾਂ ਮੇਰਾ ਜਿਹੜਾ ਜਿਹੜਾ ਮੇਰਾ ਬ੍ਰੈਡ ਐਂਡ ਬਟਰ ਹੈ ਉਹ ਇਫੈਕਟਡ ਨਹੀਂ ਹੋਣਾ ਚਾਹੀਦਾ ਮੇਰੇ ਇਸ ਸ਼ੌਂਕ ਤੋਂ। ਤੇ ਉਹ ਮੈਂ ਇੱਕ ਅਲੱਗ ਆਪਣਾ ਏਰੀਆ ਵੀ ਅਲੱਗ ਰੱਖਿਆ ਹੋਇਆ ਥੋੜਾ ਜਿਹਾ, ਉੱਥੇ ਮੈਂ ਆਪਣਾ ਹੀ ਕੰਮ ਕਰਦਾ। ਉਹ ਫਿਰ ਮੇਰਾ ਬਾਕੀ ਜਿਹੜੀ ਪ੍ਰੋਡਕਸ਼ਨ ਹੈ ਉਹਨੂੰ ਉਹ ਹੈਂਪਰ ਨਹੀਂ ਕਰਦੀ ਹੈ, ਉਹ ਮੇਰੀ ਪ੍ਰੋਡਕਸ਼ਨ ਚੱਲਦੀ ਰਹਿੰਦੀ ਹੈ। ਮੈਂ ਆਪਣਾ ਟਾਈਮ ਜਦ ਮੇਰੇ ਕੋਲ ਜਦ ਵੀ ਟਾਈਮ ਹੁੰਦਾ, ਘੰਟੇ 2 ਘੰਟੇ ਅੱਧਾ ਘੰਟਾ, ਮੈਂ ਉੱਧਰ ਆਪਣਾ ਟਾਈਮ ਡਿਵੋਟ ਕਰਦਾ। ਅੱਛਾ ਸਰ, ਜਦੋਂ ਪਹਿਲੀ ਵਾਰ ਕੋਈ ਚੀਜ਼ ਬਣਾਈ, ਕੀ ਬਣਾਇਆ ਸੀ ਪਹਿਲੀ ਚੀਜ਼ ਉਹ ਜਦੋਂ ਤੁਸੀਂ ਇਹ ਸਟਾਰਟ ਕੀਤਾ ਸਾਰਾ ਕੁਝ? ਪਹਿਲਾਂ ਜੀ ਇੱਕ ਲਾਈਨ ਡਾਇਗਰਾਮ ਬਣਾਇਆ ਸੀਗਾ, ਜਿੱਦਾਂ ਆਪਾਂ ਛੋਟੇ ਹੁੰਦੇ ਤੁਸੀਂ ਵੀ ਬਣਾਉਂਦੇ ਹੋਵੋਗੇ, ਇੱਕ ਪੈਨਸਿਲ ਨਾਲ ਲਾਈਨ ਡਾਇਗਰਾਮ। ਉਹ ਇੱਦਾਂ ਮੈਟਲ ਦਾ ਲਾਈਨ ਡਾਇਗਰਾਮ ਸੀ, ਉੱਪਰ ਉਹਦੇ ਇੱਕ ਹੈਲਮਟ ਲਾਤੀ ਸੀਗੀ ਮੈਟਲ ਦੀ, ਤੇ ਬਸ ਉਹਦੇ ਨਾਲ ਹੀ ਉੱਦਾਂ ਸ਼ੁਰੂ ਹੋਇਆ। ਫਿਰ ਥੋੜਾ ਵੱਡਾ ਕਰਦੇ ਹੁਣ ਵਿਦ ਗੋਡਸ ਗ੍ਰੇਸ ਅਸੀਂ 15-16 ਫੁੱਟ ਤੱਕ ਪਹੁੰਚ ਗਏ। ਘਰ ਦੇ ਕਹਿੰਦੇ ਕਿਤਾਬਾਂ ਨਾਲ ਪੜ੍ਹੋ, ਕਿਤਾਬਾਂ ਨਾਲ ਖੇਡੋ, ਤੁਸੀਂ ਲੋਹੇ ਨਾਲ ਖੇਡ ਰਹੇ ਸੀ, ਘਰਦਿਆਂ ਨੇ ਨਹੀਂ ਕਿਹਾ ਕਿ ਆ ਕਿੱਥੇ ਤੁਸੀਂ ਪੰਗਾ ਲਈ ਜਾਂਦੇ ਹੋ, ਲੋਹੇ ਨਾਲ ਖੇਡੀ ਜਾਂਦੇ ਹੋ, ਪੜ੍ਹ ਲਓ? ਨਹੀਂ, ਮੈਂ ਪੜ੍ਹਨ ਤੋਂ ਬਾਅਦ ਹੀ ਪੰਗਾ ਲੈਣਾ ਸ਼ੁਰੂ ਕੀਤਾ ਹੈ ਜੀ। ਮੈਂ ਆਈ ਹੈਵ ਬੀਨ ਮੇਕਿੰਗ ਥੀਸ ਫॉर द ਲਾਸਟ 10-12 ਇਅਰਸ, ਤੇ ਉਹ ਤੋਂ ਪਹਿਲਾਂ ਪੜ੍ਹਾਈ ਵੀ ਕੀਤੀ ਹੈ, ਸਭ ਕੁਝ ਕੀਤਾ। ਪੰਜਾਬੀਆਂ ਦੀ ਛਾਤੀ ਚੌੜੀ ਹੁੰਦੀ ਹੈ, ਤੁਸੀਂ ਮੋਟਰਸਾਈਕਲ ਦਾ ਟੈਂਕ ਲਾ ਕੇ ਛਾਤੀ ਚੌੜੀ ਕੀਤੀ ਹੈ। ਹਾਂਜੀ, ਇਹ ਮੇਰੇ ਇੱਕ ਫਰੈਂਡ ਹੈ, ਉਹਨਾਂ ਦੀ ਮੋਟਰਸਾਈਕਲ ਦਾ ਮਤਲਬ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਹਨਾਂ ਨੇ ਇੱਕ ਟੈਂਕ ਮੈਨੂੰ ਗਿਫਟ ਕਰਤਾ ਸੀ, ਤੇ ਫਿਰ ਮੈਂ ਇਹ ਬਣਾਤਾ ਉਹਦਾ। ਉਹਨੂੰ ਗਿਫਟ ਕਰਨ ਲਈ ਹੁਣ ਲੋਕ ਪੁਰਾਣੇ ਸਮਾਨ ਲੈ ਕੇ ਆਉਣ। ਦੇਖਦੇ ਆ ਜੀ, ਮੇਬੀ ਤੁਹਾਡੇ ਰਾਹੀਂ ਲੋਕ ਮੇਰੇ ਫਰੈਂਡ ਸੁਣਦੇ ਹੋਣ ਤਾਂ ਲੈ ਹੀ ਆਣ। ਅੱਛਾ ਸਰ, ਖਾਸ ਤੌਰ ਤੇ ਨਾ ਮੈਂ ਇਸ 'ਚ ਕਲਾ ਇੱਕ ਬਹੁਤ ਵੱਡੀ ਦੇਖ ਰਿਹਾ, ਜਿੱਦਾਂ ਚਿਹਰੇ ਦਾ ਜ਼ਿਕਰ ਕੀਤਾ ਜਾਵੇ। ਇੱਕ ਵਾਰੀ ਲਖਵਿੰਦਰ ਦੇ ਚਿਹਰੇ ਦਿਖਾਓ ਜ਼ਰੂਰ, ਕਿ ਇਹ ਚਿਹਰੇ ਜਿਸ ਤਰੀਕੇ ਨਾਲ ਤੁਸੀਂ ਬਣਾਏ ਹੋਏ ਨੇ, ਇਹ ਇਮੇਜਿਨੇਸ਼ਨ ਹੈ ਤੁਹਾਡੀ ਕਿਵੇਂ ਹੈ। ਉਸ ਤੋਂ ਬਾਅਦ ਇਹ ਚਿਹਰਾ, ਇਹ ਫਿਲਮਾਂ 'ਚ ਅਸੀਂ ਵੇਖਦੇ ਹਾਂ ਕਿ ਇੱਕ ਪਾਰਟ ਜੁੜ ਜਾਂਦਾ ਹੈ, ਉਸ ਤੋਂ ਬਾਅਦ ਇਹ ਰੋਬੋਟ ਤਿਆਰ ਹੋ ਜਾਂਦਾ ਹੈ। ਇਹ ਚਿਹਰਾ ਖਾਸ ਤੌਰ ਤੇ ਸਾਈਕਲ ਦਾ ਮੈਨੂੰ ਲੱਗਦਾ ਕਿ ਇੱਕ ਹੈਂਡਲ ਹੈਗਾ, ਉਸ 'ਤੇ ਬ੍ਰੇਕਾਂ ਲੱਗੀਆਂ ਹੋਈਆਂ ਨੇ, ਐਂ ਲੱਗਦਾ ਕਿ ਵਾਲ ਖੜੇ ਹੋਏ ਹੁੰਦੇ। ਜਦੋਂ ਇਹ ਪਿਕਚਰਾਂ 'ਚ ਵੇਖਦੇ ਤਾਂ ਬਹੁਤ ਯੂਨੀਕ ਜਿਹਾ, ਬੱਚੇ ਬਹੁਤ ਇਹਦੇ ਵੱਲ ਜਾਂਦੇ ਨੇ, ਇਹਦੇ ਵਰਗੇ ਟੌਏ ਵੀ ਲੈ ਕੇ ਆਉਂਦੇ ਨੇ। ਤੁਹਾਡੇ ਕੋਲ ਬੱਚੇ ਆਉਂਦੇ ਨੇ, ਕੀ ਕਹਿੰਦੇ ਨੇ?
ਦੇਖੋ ਜੀ ਜਿੱਦਾਂ ਤੁਸੀਂ ਹੁਣ ਆਇਡੈਂਟੀਫਾਈ ਕੀਤਾ ਹੈ ਹਰ ਸਾਈਕਲ, ਇਹ ਸਾਈਕਲ ਦਾ ਹੈਂਡਲ ਹੈ ਜਾਂ ਇਹ ਕੋਈ ਮੈਟਲ ਦਾ ਪਾਰਟ ਹੈ, ਜਿੱਦਾਂ ਉਹ ਸਪਾਰਕ ਪਲੱਗਸ ਹੈ, ਬੱਚੇ ਇਹਨੂੰ ਪਾਰਟਸ ਨੂੰ ਨਹੀਂ ਆਇਡੈਂਟੀਫਾਈ ਕਰਦੇ, ਬੱਚੇ ਇਹਨੂੰ ਇਨ ਟੋਟੈਲਿਟੀ ਆਇਡੈਂਟੀਫਾਈ ਕਰਦੇ ਆ। ਉਹ ਦੈਟ ਇਜ਼ ਅਮੇਜ਼ਿੰਗ। ਬੱਚੇ ਪਾਰਟਸ ਤੋਂ ਬਿਯੋਂਡ ਦੇਖਦੇ ਆ, ਬੱਚੇ ਇਹਦੇ ਨਾਲ ਗੱਲਾਂ ਕਰਦੇ ਆ, ਬੱਚੇ ਮੈਨੂੰ ਕਈ ਇਹੋ ਜਿਹੀਆਂ ਚੀਜ਼ਾਂ ਦੱਸਦੇ ਆ ਜਿਹੜੀਆਂ ਮੈਂ ਵੀ ਨਹੀਂ ਇਮੈਜਿਨ ਕੀਤੀਆਂ ਉਹਨੂੰ। ਦੈਟ ਇਜ਼ ਦ ਬੈਸਟ ਪਾਰਟ। ਘਰ ਦੇ ਬੱਚੇ ਕੀ ਕਹਿੰਦੇ ਨੇ? ਆਪਣੇ ਤੁਹਾਡੇ ਬੱਚੇ ਵੀ ਹੋਣੇ, ਉਹ ਕੀ ਕਹਿੰਦੇ ਨੇ? ਉਹਨਾਂ ਦੇ ਵੈਰੀ ਹੈਪੀ ਐਟ ਦੀ ਐਫਰਟ ਜੀ। ਦੇ ਫੀਲ ਪ੍ਰਾਊਡ ਕਿ ਉਹਨਾਂ ਦੇ ਫਾਦਰ ਕੁਝ ਯੂਨੀਕ ਡਿਫਰੈਂਟ ਕਰ ਰਹੇ। ਇਹ ਬੜਾ ਖੂਬਸੂਰਤ ਜਿਹੜਾ ਤੁਸੀਂ ਬਣਾਇਆ ਹੋਇਆ, ਇਸ ਦੇ ਵਿੱਚ ਕੀ ਕੁਝ ਮਟੀਰੀਅਲ ਜਿਹੜਾ ਉਹ ਯੂਜ਼ ਕੀਤਾ ਹੋਇਆ ਇਸ ਫੇਸ ਦੇ ਵਿੱਚ? ਸਰ ਇਹ ਵੀ ਹੁਣ ਤੁਸੀਂ ਦੇਖੋ ਇਹਨੂੰ ਧਿਆਨ ਨਾਲ, ਇਹ ਬਿਲਕੁਲ ਹੀ ਜੇ ਆਪਾਂ ਇਹਨੂੰ ਯੂਜ਼ ਦੇਖੀਏ ਤਾਂ ਇਹਦੇ 'ਚ ਸਾਰਾ ਹੀ ਜਿਵੇਂ ਆਹ ਪਾਰਟਸ ਹੈ, ਇਹ ਇੱਕ ਕੋਈ ਚੀਜ਼ ਅਸੀਂ ਬਣਾਈ ਸੀ, ਉਹਦੇ 'ਚ ਡੈਕੋਰੇਟਿਵ ਪਾਰਟ ਸੀਗੇ, ਇਹ ਸਾਰੇ ਸਾਡੇ ਖਰਾਬ ਹੋ ਗਏ ਸੀਗੇ ਡਿਊਰਿੰਗ ਇੰਸਟਾਲੇਸ਼ਨ। ਇਹ ਵੀ ਚੇਨ ਲੱਗੀ ਹੋਈ ਹੈ ਜੀ, ਇਹ ਵੀ ਨਟ ਲੱਗਿਆ ਹੈ, ਇਹ ਸਪਰਿੰਗ ਲੱਗਿਆ ਹੈ, ਇਹ ਰੋਡਸ ਲੱਗੀਆਂ, ਇਹ ਫਲੈਟ ਲੱਗਿਆ, ਮਤਲਬ ਦੇਰ ਇਜ਼ ਨਥਿੰਗ। ਇਹ ਵੀ ਇੱਕ ਸਟੈਂਡ ਹੈ ਜੀ, ਇਹ ਕੋਈ ਕਿਸੇ ਕਵਰ ਸੀਗਾ ਉਹ ਖਰਾਬ ਹੋਇਆ, ਇਹ ਪਾਈਪ ਵੀ ਪੁਰਾਣਾ। ਮਤਲਬ ਪੁਆਇੰਟ ਇਜ਼ ਕਿ ਅਪਸਾਈਕਲਿੰਗ ਅਸੀਂ ਕਰੀ ਹੋਈ ਹੈ ਪੁਰਾਣੇ ਚੀਜ਼ ਨੂੰ, ਜਿਹੜੀ ਚੀਜ਼ ਬਿਲਕੁਲ ਹੀ ਸਕ੍ਰੈਪ ਹੈ ਉਹਨੂੰ ਅਸੀਂ ਇੱਕ ਖੂਬਸੂਰਤ ਉਹਨੂੰ ਚੇਂਜ ਕਰਕੇ ਉਹਨੂੰ ਖੂਬਸੂਰਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼। ਸਰ ਵੇਸਟ ਮਟੀਰੀਅਲ ਦੇ ਨਾਲ ਇਹ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ ਨੇਗੇ, ਖਾਸ ਤੌਰ ਤੇ ਜਦੋਂ ਅਜਿਹੇ ਡਿਜ਼ਾਈਨ ਤੁਹਾਡੇ ਵੇਖਦੇ ਆ। ਚੰਡੀਗੜ੍ਹ ਤੇ ਫਿਲਮਾਂ ਵਾਲੇ ਬਹੁਤ ਆਉਂਦੇ ਨੇ, ਤੁਹਾਡੇ ਨਾਲ ਕੋਈ ਸੰਪਰਕ ਦੇ ਵਿੱਚ ਆਇਆ ਕਿ ਆ ਮੈਨੂੰ ਫਿਲਮਾਂ ਵਾਸਤੇ 2 ਰੋਬੋਟ? ਨਹੀਂ ਜੀ, ਇੱਦਾਂ ਹਾਲੇ ਤੱਕ ਤਾਂ ਕੁਝ ਨਹੀਂ ਹੋਇਆ। ਇਹ ਹਿਲਦੇ ਵੀ ਨੇਗੇ, ਚੱਲਦੇ ਵੀ ਨੇ, ਮੂਵਮੈਂਟ ਹੈਗੀ? ਨਹੀਂ, ਮੂਵਮੈਂਟ ਨਹੀਂ ਹੈ ਜੀ, ਸਰਟਨ ਪਾਰਟਸ ਦੀ ਥੋੜੀ ਬਹੁਤੀ ਮੂਵਮੈਂਟ ਹੈ। ਜਿਵੇਂ ਹੁਣ ਆਪਾਂ ਕਹੀਏ ਕਿ ਇਹਦੀ ਆਰਮ ਦੇ ਵਿੱਚ ਮੂਵਮੈਂਟ ਹੈ, ਪਰ ਉਹ ਮੂਵਮੈਂਟ ਮੈਂ ਜ਼ਿਆਦਾ ਇਨਕਰੇਜ ਨਹੀਂ ਕਰਦਾ, ਬਿਕੋਜ਼ ਦੈਨ ਉਹਦੀ ਸਟੇਬਿਲਿਟੀ ਦੇ ਉੱਤੇ ਕੁਐਸਚਨ ਹੋ ਜਾਂਦਾ ਹੈ ਮੂਵਮੈਂਟ ਨਾਲ ਨਾ, ਜਿਹੜਾ ਆਪਣਾ ਕਿਉਂਕਿ ਗਿਰਨ ਦਾ ਚਾਂਸ ਹੈ, ਫਿਰ ਉਹ ਸਟੇਬਿਲਿਟੀ ਕੁਐਸਚਨ ਹੋ ਜਾਂਦੀ ਹੈ। ਇਸ ਲਈ ਮੈਨੂੰ ਹੁੰਦਾ ਕਿ ਇਹਨਾਂ ਨੂੰ ਅਸੀਂ ਜਿੰਨਾ ਸਟੇਬਲ ਬਣਾਈਏ ਉਹਨਾਂ ਬੈਟਰ ਹੈ। ਸਰ ਆਉਂਦਾ ਤੁਹਾਡੇ ਕੋਲ ਕੋਈ, ਜਿੱਦਾਂ ਲੋਕ ਕਹਿੰਦੇ ਨੇ ਕਿ ਜਦੋਂ ਯੂਨਿਕ ਚੀਜ਼ਾਂ ਮਿਲਦੀਆਂ ਨੇ ਤਾਂ ਲੋਕ ਖਰੀਦਦਾਰੀ ਕਰਨ ਦੇ ਲਈ ਆਉਂਦੇ ਨੇ, ਤੁਹਾਡੇ ਕੋਲ ਆਉਂਦਾ ਖਰੀਦਦਾਰੀ? ਦੇਖੋ ਜੀ, ਆਲ ਮਾਈ ਜਿੰਨੇ ਵੀ ਮੇਰੇ ਸਕਲਪਚਰਸ ਹੈ, ਮੈਂ ਆਈ ਡੋਂਟ ਸੈਲ them, ਇਹ ਮੇਰੇ ਲਈ ਹੈ ਜੀ, ਥੀਸ ਆਰ ਮਾਈ ਟॉयਜ਼। ਵੇਚਦੇ ਨਹੀਂ ਮਤਲਬ ਤੁਸੀਂ ਇਹ ਚੀਜ਼ਾਂ? ਮੈਂ ਆਈ ਡੋਂਟ ਸੈਲ them। ਲੋਕ ਤੇ ਕਲਾਕਾਰੀ ਵੇਚਣ ਲੱਗ ਜਾਂਦੇ ਨੇ ਕਿ ਕਲਾਕਾਰੀ ਹੋ ਗਈ, ਸਾਡੇ ਹੱਥ 'ਚ ਹੁਨਰ ਆ ਗਿਆ, ਅਸੀਂ ਤਾਂ ਸੇਲ ਆਊਟ ਕਰੀਏ, ਪੈਸੇ ਕਮਾਈਏ। ਨਹੀਂ, ਮੈਂ ਨਹੀਂ ਵੇਚਦਾ ਜੀ, ਮੈਂ ਆਪਣੇ ਲਈ ਰੱਖੇ ਹੋਏ ਆ, ਤੇ ਮੈਨੂੰ ਇਹਨਾਂ ਨਾਲ ਪਿਆਰ ਹੀ ਬੜਾ ਹੈ ਜੀ, ਮੈਂ ਇਹਨਾਂ ਨੂੰ ਵੇਚ ਨਹੀਂ ਸਕਦਾ। ਘਰੇ ਵੀ ਸਰ ਇਦਾਂ ਦਾ ਹੀ ਤੁਸੀਂ ਲਗਾਇਆ ਹੋਇਆ, ਘਰ ਦੇ ਵਿੱਚ ਵੀ ਡਿਜ਼ਾਈਨਿੰਗ ਕੀਤੀ ਹੋਵੇ? ਘਰ ਦੇ ਲੋਕ, ਕਿਉਂਕਿ ਅਕਸਰ ਹੁੰਦਾ ਨਾ ਮੀਆਂ ਬੀਬੀ ਜਦੋਂ ਮਿਲਦੇ ਬਾਹਰ ਸ਼ਾਪਿੰਗ ਕਰਨ ਜਾਂਦੇ, ਵਧੀਆ ਚੀਜ਼ਾਂ ਲੈ ਕੇ ਆਉਂਦੇ, ਮੈਨੂੰ ਲੱਗਦਾ ਭਾਬੀ ਤਾਂ ਤੁਹਾਨੂੰ ਕਹਿ ਰਹੇ ਹੁਣ ਕਿ ਤੁਸੀਂ ਬਣਾ ਲਓ ਕੋਈ ਨਵੀਂ ਚੀਜ਼ ਇਸ ਤਰੀਕੇ ਦੀ। ਨਹੀਂ, ਘਰ 'ਚ ਮੈਂ ਇਹਦੇ ਨਾਲ ਦੇ ਡਿਸਪਲੇ ਕੀਤੇ ਹੋਏ ਆ ਜੀ, ਥੋੜੇ ਬਹੁਤ ਡਿਸਪਲੇ ਕੀਤੇ ਹੋਏ ਆ, ਪਰ ਇੰਨੇ ਨਹੀਂ। ਸੋ ਮੈਂ ਇਹ ਹੁਣ ਆਪਣਾ ਡਿਸਪਲੇ ਏਰੀਆ ਇੱਥੇ ਹੀ ਬਣਾਇਆ ਹੋਇਆ ਜੀ, ਬਿਕੋਜ਼ ਫਿਰ ਮੈਂ ਇੱਥੇ ਬੈਠ ਜਾਂਦਾ, ਇਹਨਾਂ ਨਾਲ ਮੈਂ ਥੋੜਾ ਆਪਣੇ ਆਪ ਨੂੰ ਇੰਸਪਾਇਰ ਵੀ ਕਰਦਾ। ਮੰਨਦੇ ਹੋ ਕਿ ਕਲਾਕਾਰ ਦੇ ਵਿੱਚ ਇਹ ਕਲਾਕਾਰੀ ਹੋਣੀ ਬਹੁਤ ਜ਼ਰੂਰੀ ਹੈਗੀ ਆ, ਕਿਉਂਕਿ ਜਿਸ ਤਰੀਕੇ ਨਾਲ ਕਲਾ ਤੇ ਉਸਦੇ ਹੱਥ ਵਿੱਚ ਆ ਜਾਂਦੀ ਤੇ ਕਿਤੇ ਕੁਦਰਤੀ ਦੇਣ ਹੈਗੀ ਹੈ, ਕਿਸ ਦੇ ਦਿਮਾਗ 'ਚ ਕਿਹੜੀ ਗੱਲ ਪੈ ਗਈ, ਉਹ ਪੈਣ ਤੋਂ ਬਾਅਦ ਬੰਦਾ ਕੰਮ ਕਰਨ ਲੱਗ ਜਾਂਦਾ। ਲੇਕਿਨ ਕੁਝ ਕਲਾਕਾਰ ਆਪਣੀ ਕਲਾ ਵੇਚਣ ਲੱਗ ਜਾਂਦੇ ਆ, ਔਰ ਕੁਝ ਕਲਾਕਾਰ ਡੀਮੋਟੀਵੇਟ ਹੋ ਜਾਂਦੇ ਨੇ ਕਿ ਸਾਨੂੰ ਜਾਂ ਸਰਕਾਰਾਂ ਦੇ ਵੱਲੋਂ ਕੁਝ ਨਹੀਂ ਮਿਲ ਰਿਹਾ ਜਾਂ ਸਾਨੂੰ ਕੋਈ ਸਪੋਰਟ ਨਹੀਂ ਕਰ ਰਿਹਾ, ਉਹ ਡੀਮੋਟੀਵੇਟ ਹੋ ਕੇ ਆਪਣੀ ਉਹ ਕਲਾ ਨੂੰ ਛੱਡ ਦਿੰਦੇ ਨੇ ਜਾਂ ਕੋਈ ਕਲਾ ਨੂੰ ਆਪਣਾ ਵੇਚਣਾ ਸ਼ੁਰੂ ਕਰ ਦਿੰਦਾ। ਤੁਸੀਂ ਕਿਵੇਂ ਵੇਖਦੇ ਹੋ ਉਸ ਨੂੰ? ਦੇਖੋ ਜੀ, ਇਹਦੇ 'ਚ ਨਾ ਇਹ ਬੜਾ ਇੱਕ ਸੋਸ਼ਲ ਪੁਆਇੰਟ ਆਫ ਵਿਊ ਦਾ ਕੁਐਸਚਨ ਹੈ ਕਿ ਹੁਣ ਜਿਹੜਾ ਕਲਾਕਾਰ ਆਪਣੀ ਕਲਾ ਨੂੰ ਵੇਚ ਰਿਹਾ, ਉਹ ਮੇਰੇ ਹਿਸਾਬ ਨਾਲ ਕੋਈ ਗਲਤ ਵੀ ਨਹੀਂ ਕਰ ਰਿਹਾ, ਉਹ ਠੀਕ ਹੈ। ਉਹਨੂੰ ਪੋਪੂਲੈਰਿਟੀ ਲਈ ਉਹਨੂੰ ਵੇਚਣਾ ਚਾਹੁੰਦਾ ਹੈ ਤੇ ਉਹਨੂੰ ਉਹ ਇੱਕ ਇਨਕਮ ਦਾ ਜ਼ਰੀਆ ਵੀ ਹੈ, ਤੇ ਆਈ ਥਿੰਕ ਕੁਛ ਇਹਦੇ 'ਚ ਗਲਤ ਨਹੀਂ ਹੈ। ਮੈਂ ਇਸ ਲਈ ਨਹੀਂ ਵੇਚਦਾ ਬਿਕੋਜ਼ ਮੇਰਾ ਇਹ ਇੱਕ ਪੈਸ਼ਨ ਹੈ। ਮੈਂ ਇਹਨਾਂ ਨੂੰ ਵੇਚ ਕੇ ਫਿਰ ਮੈਨੂੰ ਹੋਏਗਾ ਕਿਉਂਕਿ ਇਹ ਦੁਬਾਰਾ ਨਹੀਂ ਬਣਨੀ ਚੀਜ਼ ਮੇਰੇ ਤੋਂ, ਸੋ ਦੈਟ ਇਜ਼ ਵਾਈ ਆਈ ਡੋਂਟ ਸੈਲ them। ਦੂਜਾ ਇਹ ਹੈ ਕਿ ਮੈਂ ਡੈਫੀਨੇਟਲੀ ਜਿਹੜੀਆਂ ਆਪਣੀ ਗਵਰਨਮੈਂਟਸ ਹੈਗੀਆਂ ਉਹਨਾਂ ਨੂੰ ਹੁਣ ਤਾਂ ਚਲੋ ਬਿਕੋਜ਼ ਆਫ ਸੋਸ਼ਲ ਮੀਡੀਆ ਪਲੇਟਫਾਰਮਸ ਐਂਡ ਐਵਰੀਥਿੰਗ ਐਲਸ, ਹੁਣ ਤਾਂ ਆਰਟਿਸਟ ਨੂੰ ਥੋੜ੍ਹਾ ਜਿਹਾ ਇਨਕਰੇਜਮੈਂਟ ਪਬਲਿਕ ਤੋਂ ਡਾਇਰੈਕਟ ਮਿਲਣ ਲੱਗ ਗਈ ਹੈ, ਵਿਚ ਇਜ਼ ਵੈਰੀ ਇਨਕਰੇਜਿੰਗ, ਤੇ ਆਈ ਥਿੰਕ ਗਵਰਨਮੈਂਟਸ ਕੈਨ ਡੂ ਅ ਲਿਟਲ ਬਿਟ ਮੋਰ ਅਬਾਊਟ ਇਟ। ਅੱਛਾ ਸਰ, ਜੇਕਰ ਇਸ ਛੋਟੇ ਜਿਹੇ ਹਾਥੀ ਦੀ ਗੱਲ ਕੀਤੀ ਜਾਵੇ, ਜਿਵੇਂ ਹੁਣ ਕਬਾੜੀਏ ਕੋਲ ਵੇਚਣ ਜਾਵਾਂ ਤਾਂ ਮੈਨੂੰ ਲੱਗਦਾ ਕਿ 10 ਰੁਪਏ ਦੇਣਗੇ, ਵੱਧ ਤੋਂ ਵੱਧ 20 ਰੁਪਏ ਦੇ ਦਿੰਦੇ। ਤੁਹਾਡੇ ਮਨ ਦੇ ਵਿੱਚ ਇਸ ਦੀ ਕੀਮਤ ਤੇ ਇਸ ਦੀ ਮਿਹਨਤ ਕਿੰਨੀ ਲੱਗੀ ਹੈ? ਹਾਂ ਦੇਖੋ ਜੀ, ਇਹ ਤਾਂ ਪ੍ਰਾਈਸਲੈਸ ਹੈ ਜੀ, ਨਾ ਤਾਂ ਇਹਨੂੰ ਕੋਈ ਵੇਚ ਸਕਦਾ ਹੈ ਨਾ ਇਹਨੂੰ ਕੋਈ ਖਰੀਦ ਸਕਦਾ ਹੈ। ਮੇਰੇ ਹਿਸਾਬ ਨਾਲ ਵੇਚੂੰਗਾ ਤਾਂ ਮੈਂ ਹੀ ਵੇਚੂੰਗਾ, ਉਹ ਮੈਂ ਵੇਚਣਾ ਨਹੀਂ, ਤੇ ਮੇਰੇ ਵੇਚੇ ਬਿਨਾ ਕੋਈ ਖਰੀਦ ਨਹੀਂ ਸਕਦਾ ਇਹਨੂੰ। ਲੋਕ ਕਹਿੰਦੇ ਨੇ ਕਿ ਇਹ ਵੇਚ ਕੇ 4 ਨੱਟ ਜੋੜ ਕੇ ਕਿਵੇਂ ਹੁੰਦਾ, ਤੁਹਾਡੀ ਮਿਹਨਤ ਕਿੰਨੀ ਲੱਗੀ ਇਹਨੂੰ ਡਿਜ਼ਾਈਨ ਕਰਨ ਦੇ ਵਿੱਚ?
ਦੇਖੋ ਜੀ ਉਹ ਹੁਣ ਕੋਈ ਬਿਲਕੁਲ ਪ੍ਰਾਈਸਲੈਸ ਹੈ ਜੀ, ਇਹਦਾ ਕੋਈ ਜਵਾਬ ਨਹੀਂ ਹੈ ਕਿ ਇਹਦੇ 'ਚ ਕਿੰਨੀ ਮਿਹਨਤ ਲੱਗੀ ਹੈ, ਬਿਕੋਜ਼ ਮਿਹਨਤ ਨੂੰ ਆਪਾਂ ਕੁਆਂਟੀਫਾਈ ਨਹੀਂ ਕਰ ਸਕਦੇ। ਮਿਹਨਤ ਇਹਦੇ 'ਚ ਹੋ ਸਕਦਾ ਜੀ ਮੇਰਾ 1 ਘੰਟਾ ਲੱਗਿਆ ਹੋਏ, ਪਰ ਜਿਹੜਾ ਇਹਨੂੰ ਬਣਾਉਣ ਲਈ ਜਿਹੜਾ ਮੈਨੂੰ ਮਤਲਬ ਮਜ਼ਾ ਆਇਆ ਹੈ ਜਾਂ ਜਿਹੜਾ ਮੈਨੂੰ ਇੱਕ ਅੱਛਾ ਲੱਗਿਆ ਉਹਦੀ ਕੋਈ ਕੀਮਤ ਨਹੀਂ ਹੈ। ਤੁਸੀਂ ਦੋਸਤਾਂ ਯਾਰਾਂ ਦੇ ਨਾਲ ਜਦੋਂ ਬੈਠਦੇ ਹੋ, ਖਾਸ ਤੌਰ ਤੇ ਗੱਲ ਹੁੰਦੀ ਹੈ ਕਿ ਜਦੋਂ ਹਰ ਇੱਕ ਚੀਜ਼ ਖੋਲ੍ਹ ਕੇ ਦੋਸਤਾਂ ਯਾਰਾਂ ਨਾਲ ਗੱਲ ਹੁੰਦੀ ਹੈਗੀ ਹੈ, ਜਦੋਂ ਇਹ ਚੀਜ਼ ਬਾਰੇ ਸ਼ੁਰੂਆਤ ਦੀ ਗੱਲ ਕੀਤੀ ਕਿ ਮੈਂ ਬਣਾਉਣਾ ਚਾਹੁੰਦਾ ਲੋਕਾਂ ਦੇ ਅੱਗੇ ਨਹੀਂ ਆਪਣੇ ਸ਼ੌਂਕ ਦੇ ਲਈ, ਦੋਸਤ ਯਾਰਾਂ ਨੇ ਸਪੋਰਟ ਕੀਤਾ? ਹਾਂਜੀ ਹਾਂਜੀ, ਐਵਰੀ ਫਰੈਂਡ ਆਫ ਮਾਈਨ ਜਾਂ ਜਿੰਨੇ ਵੀ ਮੇਰੇ ਫਰੈਂਡਸ ਹੈ ਜਾਂ ਮੇਰੇ ਫੈਮਿਲੀ ਮੈਂਬਰਸ ਹੈ, ਉਹ ਸਾਰਿਆਂ ਨੇ ਮੈਨੂੰ ਸਪੋਰਟ ਕੀਤਾ ਬਿਕੋਜ਼ ਉਹਨਾਂ ਨੇ ਸ਼ਾਇਦ ਮੈਨੂੰ ਇਹਦੇ 'ਚ ਆਰਟ ਨਹੀਂ ਦਿਖਦਾ ਸੀ ਇਨੀਸ਼ੀਅਲੀ, ਪਰ ਮੇਰੇ ਫਰੈਂਡਸ ਨੂੰ ਇਹਦੇ ਵਿੱਚ ਆਰਟ ਦਿਖਦਾ ਸੀ। ਤਾਂ ਆਲ ਮਾਈ ਫਰੈਂਡਸ ਹੈਵ ਬੀਨ ਵੈਰੀ ਸਪੋਰਟਿਵ ਐਂਡ ਵੈਰੀ ਇਨਕਰੇਜਿੰਗ ਕਿ ਵੀ ਨਹੀਂ ਕਰ ਇਹਨੂੰ ਤੂੰ ਬਣਾ, ਇਹਨਾਂ ਨੂੰ ਹੋਰ ਬਣਾ। ਜਦੋਂ ਮੈਂ ਸਰ ਜ਼ਿਕਰ ਪਹਿਲਾਂ ਵੀ ਕੀਤਾ ਨਾ ਕਿ ਜਦੋਂ ਰਾਜੇ ਮਹਾਰਾਜੇ ਦੇ ਘਰ ਜਾਂਦੇ ਸੀ ਨਾ ਤਾਂ ਦੁਬਾਰਾ ਤੇ ਇਸ ਤਰੀਕੇ ਦਾ ਸਿਰ ਲੱਗਦਾ, ਉਹ ਇੱਕ ਬੜੀ ਸੋਹਣੀ ਜੀ ਤਸਵੀਰ ਜਿਹੜੀ ਉਹ ਡਰੈਗਨ ਟਾਈਪ ਜਿਹੜਾ ਕਹਿ ਸਕਦੇ ਹਾਂ ਉਸ ਨੂੰ ਬਣਿਆ ਹੋਇਆ, ਇਹ ਕਿਵੇਂ ਜਿਹੜਾ ਤੁਸੀਂ ਬਣਾਇਆ ਹੈਗਾ ਹਰ ਇੱਕ ਚੀਜ਼ ਨੂੰ ਪਾਰਟ ਨੂੰ ਮੈਂ ਦੇਖ ਰਿਹਾ ਕਿ ਜੋੜ ਕੇ ਜਾਂ ਕਿਸ ਤਰੀਕੇ ਨਾਲ ਬਣਾਇਆ, ਕੀ ਕੁਝ ਯੂਜ਼ ਕੀਤਾ ਉਸ ਮਟੀਰੀਅਲ ਦੇ ਵਿੱਚ, ਦੱਸੋਗੇ ਥੋੜਾ ਜਿਹਾ? ਇਹ ਸੀ ਡਰੈਗਨ ਹੈ ਜੀ, ਇਹ ਦਿਸ ਇਜ਼ ਅ ਫਿਕਸ਼ਨਲ ਇਮੈਜਿਨਰੀ ਕੈਰੈਕਟਰ ਹੁੰਦਾ ਹੈ ਕਈ ਬੁੱਕਸ ਦੇ ਵਿੱਚ ਕਿ ਸੀ ਡਰੈਗਨ ਹੈ, ਦੇਰ ਇਜ਼ ਅ ਡਰੈਗਨ ਇਨ ਦ ਸੀ। ਤੇ ਇਹਦੇ 'ਚ ਸਾਰੀਆਂ ਪੁਰਾਣੀਆਂ ਦਰਵਾਜ਼ਿਆਂ ਦੀਆਂ ਨੇਲਸ, ਸਾਈਕਲ ਦੇ ਚੇਨ ਤੇ 1-2 ਪਲਾਇਰ ਦੇ ਪਾਰਟਸ ਤੇ ਇੱਕ ਛੋਟੇ ਕੰਪੋਨੈਂਟ ਇਕੱਠੇ ਜੋੜ ਕੇ ਉਹਨੂੰ ਕਰਕੇ ਬਣਾਇਆ ਗਿਆ ਹੈ। ਨਵੀਂ ਕੀ ਸ਼ੁਰੂਆਤ ਕਰਨ ਜਾ ਰਹੇ ਹੋ? ਇਹ ਰੋਬੋਟ ਹੁਣ ਚੱਲਦੇ ਵੀ ਕਰੋਗੇ, ਇਹਨਾਂ ਦੇ ਵਿੱਚ ਮੋਟਰਾਂ ਮਾਟਰਾਂ ਵੀ ਫਿੱਟ ਕਰੋਗੇ ਕਿ ਇਹ ਤੁਰਦੇ ਵੀ ਨਜ਼ਰ ਆਉਣ? ਦੇਖਦੇ ਹਾਂ ਜੀ, ਦੇਖਦੇ ਹਾਂ, ਲੈਟਸ ਸੀ ਗੋਡ ਵਿਲਿੰਗ ਕਿੱਧਰ ਨੂੰ ਜਾਂਦੇ ਹਾਂ ਆਪਾਂ। ਕਿੰਨਾ ਸਮਾਂ ਹੋ ਗਿਆ ਸਰ ਤੁਹਾਨੂੰ ਇਹ ਕਰਦੇ ਹੋਏ? ਮੈਨੂੰ ਹੋ ਗਏ ਜੀ ਅਰਾਊਂਡ 10 to 12 years ਇਹਨੂੰ ਬਣਾਉਣ ਲਈ। ਮੇਰੇ ਕੋਲ ਹੋਰ ਵੀ ਬਹੁਤ ਪਏ ਹੈ, ਪਰ ਉਹ ਡਿਸਪਲੇ ਏਰੀਆ ਇੰਨਾ ਮੇਰੇ ਕੋਲ ਹੈ ਨਹੀਂ ਕਿ ਮੈਂ ਸਾਰੇ ਡਿਸਪਲੇ ਕਰਾਂ। ਅੱਛਾ ਸਰ, 10-12 ਸਾਲਾਂ ਦੇ ਵਿੱਚ ਕੀ ਉਤਰਾਅ ਚੜ੍ਹਾਅ ਵੇਖਣ ਨੂੰ ਮਿਲੇ ਇਸ ਆਰਟ ਨੂੰ ਲੈ ਕੇ? ਬਿਲਕੁਲ ਨਹੀਂ ਜੀ, ਆਈ ਹੈਵ ਬੀਨ ਗੈਟਿੰਗ ਇਨਕਰੇਜਮੈਂਟ ਫਰੋਮ ਆਲ ਕੁਆਰਟਰਸ, ਸਾਰਿਆਂ ਨੇ ਮੈਨੂੰ ਬੜਾ ਇਨਕਰੇਜ ਕੀਤਾ। ਤੇ ਉਤਾਰ ਚੜ੍ਹਾਅ ਇਹੀ ਹੈ ਕਿ ਮੈਂ ਛੋਟੇ ਤੋਂ ਸ਼ੁਰੂ ਕਰਕੇ ਹੁਣ ਮੇਰਾ ਜਿਹੜਾ ਉਹਦਾ ਹਾਈਟ ਹੈ ਉਹ ਵੱਧਦੀ ਜਾ ਰਹੀ ਹੈ। ਅੱਛਾ, ਮੰਨਦੇ ਹੋ ਸਰ ਇਹ ਕਲਾਕਾਰੀ ਨੂੰ ਥੋੜ੍ਹਾ ਜਿਹਾ ਅੱਗੇ ਵੀ ਲੈ ਕੇ ਜਾਣਾ ਚਾਹੀਦਾ? ਕਿਉਂਕਿ ਅਕਸਰ ਲੋਕ ਜਦੋਂ ਗੱਲ ਹੁੰਦੀ ਹੈ ਕਿ ਅਜਿਹੀ ਕਲਾਕਾਰੀ ਲੋਕ ਕਹਿੰਦੇ ਵਿਦੇਸ਼ਾਂ ਦੇ ਵਿੱਚ ਹੁੰਦੀ ਹੈ, ਮੈਨੂੰ ਲੱਗਦਾ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਕੋਲ ਘਾਟਾ ਨਹੀਂ ਹੈਗਾ ਇਹਨਾਂ ਇਹੋ ਜਿਹੀਆਂ ਨਵੀਆਂ ਐਕਸਪੈਰੀਮੈਂਟ ਕਰਨ ਦਾ ਜਾਂ ਨਵੀਆਂ ਚੀਜ਼ਾਂ ਕੱਢ ਕੇ ਲੈ ਕੇ ਆਉਣ ਦਾ। ਨਹੀਂ, ਆਈ ਥਿੰਕ ਜੀ ਇਹ ਜਿੱਦਾਂ ਹੁਣ ਮੈਂ ਬਣਾਇਆ ਇਸ ਤੋਂ ਇੰਸਪਾਇਰ ਹੋ ਕੇ ਆਈ ਥਿੰਕ ਹੋਰ ਲੋਕਾਂ ਨੂੰ ਵੀ ਚਲੋ ਇਫ ਸਮਬਡੀ ਹੈਜ਼ ਦ ਸਕਿੱਲ ਜਾਂ ਉਹਨਾਂ ਕੋਲ ਇਨਫਰਾਸਟਰਕਚਰ ਹੈ ਤਾਂ ਕੁਝ ਇੱਦਾਂ ਦਾ ਵੀ ਬਣਾਓ। ਨਹੀਂ ਤਾਂ ਹੋਰ ਬਹੁਤ ਤਰੀਕੇ ਹੈ, ਆਪਾਂ ਲੱਕੜ ਨਾਲ ਵੀ ਕੁਝ ਬਣਾ ਸਕਦੇ ਹਾਂ ਤੇ ਹੋਰ ਕੱਪੜੇ ਨਾਲ ਵੀ ਕੁਝ ਬਣਾ ਸਕਦੇ ਹਾਂ। ਮਤਲਬ ਅਪਸਾਈਕਲਿੰਗ ਤੇ ਜਿਹੜਾ ਕਨਸੈਪਟ ਹੈ ਇਹ ਪੰਜਾਬੀਆਂ 'ਚ ਤਾਂ ਬਹੁਤ ਪੁਰਾਣਾ ਹੈ ਜੀ ਇਹ ਕਨਸੈਪਟ। ਆਈ ਥਿੰਕ ਪੀਪਲ, ਬੱਚੇ ਸਪੈਸ਼ਲੀ, ਬੱਚਿਆਂ ਨੂੰ ਇਨਕਰੇਜਮੈਂਟ ਦੇਣੀ ਚਾਹੀਦੀ ਹੈ, ਉਹ ਕੁਝ ਨਾ ਕੁਝ ਨਵਾਂ ਬਣਾਉਣ। ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਨਾਲ ਜਦੋਂ ਸੰਪਰਕ ਹੋਇਆ, ਇਹ ਮਟੀਰੀਅਲਸ ਜਿਹੜੇ ਨੇਗੇ, ਕਿਉਂਕਿ ਕਾਰਪੋਰੇਸ਼ਨ ਕੋਲ ਤਾਂ ਵਾਹਵਾ ਮੈਨੂੰ ਲੱਗਦਾ ਰਸ਼ ਪਿਆ ਹੋਣਾ ਇਸ ਚੀਜ਼ ਦਾ, ਉਹਨਾਂ ਨੇ ਮਦਦ ਕੀਤੀ ਇਸ ਚੀਜ਼ ਲਈ? ਹਾਂਜੀ, ਮਟੀਰੀਅਲ ਤਾਂ ਜਿਹੜੇ ਅਸੀਂ 48 'ਚ ਜਿਹੜੇ ਬੋਟਸ ਲਾਏ ਆ 3, ਉਹਨਾਂ ਦਾ ਸਾਰਾ ਮਟੀਰੀਅਲ ਕੰਪਲੀਟਲੀ ਚੰਡੀਗੜ੍ਹ ਐਮਸੀ ਨੇ ਮੈਨੂੰ ਪ੍ਰੋਵਾਈਡ ਕੀਤਾ, ਕਿਉਂਕਿ ਇਹਨਾਂ ਦੇ ਸਟੋਰਸ ਦੇ ਵਿੱਚ ਕਾਫੀ ਰॉ ਮਟੀਰੀਅਲ ਪਿਆ, ਰॉ ਮਟੀਰੀਅਲ ਇਨ ਦ ਸੈਂਸ ਸਕ੍ਰੈਪ ਮਟੀਰੀਅਲ ਪਿਆ, ਜਿਹੜਾ ਇਹ ਟਾਈਮ ਟੂ ਟਾਈਮ ਉਹਨੂੰ ਡਿਸਪੋਜ਼ ਆਫ ਕਰਦੇ ਰਹਿੰਦੇ। ਤੇ ਇਹਨਾਂ ਨੇ ਮੈਨੂੰ ਦੱਸਿਆ ਸੀ ਕਿ ਵੀ ਇਹਦੇ 'ਚੋਂ ਜਿਹੜਾ ਸਮਾਨ ਤੁਹਾਨੂੰ ਚਾਹੀਦਾ ਤੁਸੀਂ ਸਾਡੇ ਤੋਂ ਲੈ ਲਓ ਤੇ ਉਹਨੂੰ ਫਿਰ ਕਨਵਰਟ ਕਰਕੇ ਤੁਸੀਂ ਸਾਨੂੰ ਬਣਾ ਕੇ ਦਿਓ। ਬਹੁਤ ਬਹੁਤ ਧੰਨਵਾਦ ਸਰ। ਤੇ ਬਿਲਕੁਲ ਪ੍ਰਿਤਪਾਲ ਸਿੰਘ ਮੇਰੇ ਨਾਲ ਮੌਜੂਦ ਸੀ, ਔਰ ਖਾਸ ਤੌਰ ਤੇ ਅੱਜ ਇਸ ਕਲਾ ਨੂੰ ਦਿਖਾਉਣ ਦਾ ਮਕਸਦ ਇਹ ਸੀ ਕਿ ਜਦੋਂ ਹੱਥ ਦੇ ਵਿੱਚ ਹੁਨਰ ਹੋਵੇ ਤੇ ਵੇਸਟ ਚੀਜ਼ ਵੀ ਬੈਸਟ ਬਣ ਸਕਦੀ ਹੈ। ਔਰ ਖਾਸ ਤੌਰ ਤੇ ਜਦੋਂ ਇਹ ਰੋਬੋਟ ਵੇਖਣ ਨੂੰ ਮਿਲੇ ਨੇ, ਔਰ ਇਹ ਕਿਹਾ ਜਾਂਦਾ ਸੀ ਕਿ ਪਹਿਲਾਂ ਬਹੁਤ ਸਾਰੀ ਐਡੀਸ਼ਨ ਹੁੰਦੀਆਂ ਨੇ ਮੂਵੀਆਂ ਦੇ ਵਿੱਚ, ਕਾਫੀ ਐਡੀਟਿੰਗ ਕੀਤੀ ਜਾਂਦੀ ਹੈ, ਲੇਕਿਨ ਇਹ ਐਡੀਟਿੰਗ ਨਹੀਂ ਹੈ, ਇਹ ਰਿਐਲਿਟੀ ਹੈ। ਔਰ ਰਿਐਲਿਟੀ ਦੇ ਨਾਲ ਵੇਸਟ ਮਟੀਰੀਅਲ ਤੋਂ ਬੈਸਟ ਮਟੀਰੀਅਲ ਬਣਿਆ, ਔਰ ਇਹ ਬੈਸਟ ਮਟੀਰੀਅਲ ਤੁਹਾਨੂੰ 28 ਸੈਕਟਰ ਦੇ ਇੱਕ ਪਾਰਕ ਦੇ ਵਿੱਚ ਜਿਹੜਾ ਉਹ ਵੇਖਣ ਨੂੰ ਮਿਲੇਗਾ। ਕੈਮਰਾਮੈਨ ਲਖਵਿੰਦਰ ਦੇ ਨਾਲ ਨਵਪ੍ਰੀਤ ਸਿੰਘ, ਲਿਵਿੰਗ ਇੰਡੀਆ ਨਿਊਜ਼।